ਹੈਲੋ ਦੋਸਤੋ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਟੌਪਿਕ ਕਰਾਂਗੇ ਮੈਥ ਦਾ, ਜਿਸ ਦਾ ਨਾਮ ਹੈ ਯੂਕਲਿਡ ਦੀ ਜਮਾਇਤੀ। ਜੋ ਵੀ ETT ਪੇਪਰ 2 ਦੀ ਤਿਆਰੀ ਕਰ ਰਹੇ ਆ 435 ਵੈਕੈਂਸੀਆਂ ਦੀ, ਔਰ ਨਾਲ ਹੀ ਜੋ 22 ਵੈਕੈਂਸੀਆਂ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਆਈਆਂ ਹੋਈਆਂ ਨੇ, ਅਗਰ ਤੁਸੀਂ ਉਹਨਾਂ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਟੌਪਿਕ ਕਰਨਾ ਤੁਹਾਡੇ ਲਈ ਇੰਪੋਰਟੈਂਟ ਹੈ। ਸੋ ਕਿਉਂਕਿ ਇਹ ਟੌਪਿਕ ਜਿਓਮੈਟਰੀ ਦੀ ਗੱਲ ਕਰਦਾ ਹੈ, ਸੋ ਜਿਓਮੈਟਰੀ ਨੂੰ ਸਟਾਰਟ ਕਰਨ ਤੋਂ ਪਹਿਲਾਂ ਇਹ ਟੌਪਿਕ ਕਰਨਾ ਜ਼ਰੂਰੀ ਹੈ ਤਾਂ ਕਿ ਆਪਣੇ ਜੋ ਜਿਓਮੈਟਰੀ ਨੂੰ ਲੈ ਕੇ ਕੁਝ ਬੇਸਿਕ ਗੱਲਾਂ ਨੇ ਉਹ ਕਲੀਅਰ ਹੋ ਜਾਣ। ਇਹ ਟੌਪਿਕ ਦੇ ਵਿੱਚ ਇੰਨਾ ਕੁਝ ਖਾਸ ਨਹੀਂ ਹੈ, ਲੇਕਿਨ ਜੋ ਕੁਝ ਧਾਰਨਾਵਾਂ ਯੂਕਲਿਡ ਨੇ ਦਿੱਤੀਆਂ ਨੇ ਉਹਨਾਂ ਨੂੰ ਜਾਣਨਾ ਆਪਣੇ ਲਈ ਜ਼ਰੂਰੀ ਹੈ। ਸੋ ਕੀ ਧਾਰਨਾਵਾਂ ਨੇ ਯੂਕਲਿਡ ਦੀ ਜਮਾਇਤੀ ਦੀਆਂ, ਉਹ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ। ਸੋ ਉਸ ਤੋਂ ਪਹਿਲਾਂ ਇੱਕ ਚੀਜ਼ ਆਪਾਂ ਕਲੀਅਰ ਕਰ ਲਈਏ ਕਿ ਜਿਓਮੈਟਰੀ ਕੀ ਹੈ। ਜਮਾਇਤੀ ਜਿਹਨੂੰ ਕਹਿੰਦੇ ਆ ਪੰਜਾਬੀ ਵਿੱਚ, ਇਸ ਨੂੰ ਇੰਗਲਿਸ਼ ਵਿੱਚ ਅਨੁਵਾਦ ਕਰੀਏ ਤਾਂ ਇਸ ਦਾ ਮੀਨਿੰਗ ਹੈ ਜਿਓਮੈਟਰੀ। ਇਹ ਦੋ ਸ਼ਬਦਾਂ ਤੋਂ ਬਣਿਆ ਮੇਲ, ਦੋ ਸ਼ਬਦਾਂ ਤੋਂ ਜਿਓਮੈਟਰੀ ਬਣਿਆ, ਜੀਓ ਪਲੱਸ ਮੈਟਰੇਨ, ਜਿਸ ਵਿੱਚ ਜੀਓ ਦਾ ਮਤਲਬ ਕੀ ਹੈ? ਜੀਓ ਦਾ ਮਤਲਬ ਹੈ ਧਰਤੀ, ਜੀਓ ਦਾ ਮਤਲਬ ਹੈ ਧਰਤੀ, ਔਰ ਮੈਟਰਨ ਦਾ ਮਤਲਬ ਕੀ ਹੈ? ਮਾਪਣਾ। ਸੋ ਜਿਓਮੈਟਰੀ ਦਾ ਮਤਲਬ ਕੀ ਬਣਦਾ ਹੈ? ਧਰਤੀ ਦਾ ਮਾਪਨ। ਧਰਤੀ ਦਾ ਮਾਪਨ ਜਿੱਥੇ ਕੀਤਾ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਆ? ਜਿਓਮੈਟਰੀ ਕਹਿੰਦੇ ਆ। ਠੀਕ ਹੈ। ਸੋ ਪਿਰਾਮਿਡ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪਿਰਾਮਿਡ ਇੱਕ ਠੋਸ ਸ਼ਕਲ ਦਾ ਹੁੰਦਾ ਹੈ ਜਿਸ ਦਾ ਆਧਾਰ ਇੱਕ ਤ੍ਰਿਭੁਜ ਹੁੰਦਾ ਹੈ ਜਾਂ ਵਰਗ ਜਾਂ ਕੋਈ ਹੋਰ ਬਹੁਭੁਜ ਹੁੰਦਾ ਹੈ, ਜਿਸ ਦੀਆਂ ਪਾਸਵੀਆਂ ਫਲਕਾਂ ਜੋ ਸਾਈਡ ਫੇਸਿਸ ਹੁੰਦੇ ਆ, ਜਿਨ੍ਹਾਂ ਨੂੰ ਲੇਟਰਲ ਫੇਸਿਸ ਵੀ ਕਹਿੰਦੇ ਆ, ਉੱਪਰ ਇੱਕ ਬਿੰਦੂ 'ਤੇ ਮਿਲਣ ਵਾਲੀਆਂ ਤ੍ਰਿਭੁਜ ਹੁੰਦੀਆਂ ਨੇ। ਠੀਕ ਹੈ। ਸੋ ਸਾਈਡ ਫੇਸ ਕਹਿੰਦੇ ਆ ਜੋ ਪਾਸਵੀਆਂ ਫਲਕਾਂ ਹੁੰਦੀਆਂ ਨੇ। ਸੋ ਇਹ ਯਾਦ ਰੱਖਣਾ। ਇਹਦੇ ਵਿੱਚ ਆਪਾਂ ਜੋ ਜਿਓਮੈਟਰੀ ਦੀ ਗੱਲ ਕਰਾਂਗੇ ਉਹ ਬੇਸਿਕਲੀ ਯੂਕਲਿਡ ਦੀ ਜਿਓਮੈਟਰੀ ਦੀ ਗੱਲ ਕਰਾਂਗੇ, ਕਿਉਂਕਿ ਯੂਕਲਿਡ ਨੂੰ ਜਿਓਮੈਟਰੀ ਦਾ ਪਿਤਾ ਕਿਹਾ ਜਾਂਦਾ ਹੈ। ਠੀਕ ਹੈ। ਸੋ ਇਸ ਤੋਂ ਪਹਿਲਾਂ ਇੱਕ ਯੂਨਾਨੀ ਹਿਸਾਬਦਾਨ ਹੋਏ, ਮੈਥਮੈਟੀਸ਼ੀਅਨ ਹੋਏ, ਜਿਨ੍ਹਾਂ ਦਾ ਨਾਮ ਸੀ ਥੇਲਸ। ਉਹਨਾਂ ਨੇ ਕੀ ਕਿਹਾ ਕਿ ਇੱਕ ਸਰਕਲ ਹੈ ਜਿਸ ਦਾ ਵਿਆਸ ਜੋ ਹੈ, ਸਰਕਲ ਦਾ ਵਿਆਸ ਹੈ, ਚੱਕਰ ਨੂੰ ਕੀ ਕਰਦਾ ਹੈ? ਸਮਦੋ ਭਾਜਿਤ ਕਰਦਾ ਹੈ, ਮਤਲਬ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦਾ ਹੈ। ਇਹ ਜੋ ਹੈ ਥੇਲਸ ਨੇ ਕਿਹਾ ਸੀ। ਥੇਲਸ ਨੇ ਕੀ ਕਿਹਾ ਕਿ ਚੱਕਰ ਦਾ ਜੋ ਵਿਆਸ ਹੈ ਉਹ ਚੱਕਰ ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦਾ ਹੈ। ਜੇਕਰ ਚੱਕਰ ਨੂੰ ਆਪਾਂ ਇੱਕ ਮੰਨ ਲਈਏ ਤਾਂ ਜੋ ਵਿਆਸ ਹੈ, ਇਹ ਵਾਲੀ ਲਾਈਨ ਹੈ, ਉਹ ਚੱਕਰ ਨੂੰ ਕੀ ਕਰਦੀ ਹੈ? 1/2 ਔਰ 1/2 ਦੇ ਵਿੱਚ ਕੀ ਆ? ਵੰਡਦੀ ਹੈ। ਇਹ ਕਿਸ ਨੇ ਕਿਹਾ? ਥੇਲਸ ਨੇ ਕਿਹਾ। ਇਹ ਇੱਕ ਮੈਥਮੈਟੀਸ਼ੀਅਨ ਸੀ। ਠੀਕ ਹੈ। ਇਸ ਤੋਂ ਬਾਅਦ ਇੱਕ ਮਿਸਰ ਵਿੱਚ ਗਣਿਤਦਾਨ ਹੋਏ ਯੂਕਲਿਡ, ਜਿਨ੍ਹਾਂ ਦੇ ਬੇਸ ਦੇ ਉੱਪਰ ਇਹ ਚੈਪਟਰ ਬਣਿਆ ਹੋਇਆ। ਇਹ ਕਿੱਥੋਂ ਦੇ ਰਹਿਣ ਵਾਲੇ ਸੀ? ਮਿਸਰ ਦੇ ਰਹਿਣ ਵਾਲੇ। ਠੀਕ ਹੈ। ਯੂਕਲਿਡ ਜੋ ਸੀ ਮਿਸਰ ਦੇ ਰਹਿਣ ਵਾਲੇ ਸੀ, ਅਤੇ ਇਹਨਾਂ ਨੇ ਕੀ ਕੀਤਾ ਕਿ ਗਣਿਤ ਦੇ ਜੋ ਜਿਓਮੈਟਰੀ ਦੇ ਤੱਤ ਸੀ ਉਹਨਾਂ ਨੂੰ ਇੱਕ ਬੁੱਕ ਦੇ ਵਿੱਚ ਜੋ ਹੈ ਲਿਖਿਆ। ਉਹ ਬੁੱਕ ਦਾ ਨਾਮ ਸੀ ਐਲੀਮੈਂਟਸ। ਠੀਕ ਹੈ। ਇਹਦੇ ਵਿੱਚ ਕੀ ਕੀਤਾ ਕਿ ਉਹਨਾਂ ਨੇ ਜੋ ਵੀ ਗਣਿਤ ਦੇ ਨੂੰ ਲੈ ਕੇ ਧਾਰਨਾਵਾਂ ਦਿੱਤੀਆਂ ਸੀ ਉਹਨਾਂ ਨੂੰ ਇਸ ਬੁੱਕ ਦੇ ਵਿੱਚ ਲਿਖਿਆ, ਔਰ ਇਸ ਬੁੱਕ ਨੂੰ 13 ਚੈਪਟਰਾਂ ਦੇ ਵਿੱਚ ਵੰਡਿਆ ਗਿਆ, 13 ਅਧਿਆਇਆਂ ਦੇ ਵਿੱਚ ਵੰਡਿਆ ਗਿਆ, ਜਿਨ੍ਹਾਂ ਅਧਿਆਇਆਂ ਨੂੰ ਪੁਸਤਕ ਕਿਹਾ ਗਿਆ। ਠੀਕ ਹੈ। ਜਿਨ੍ਹਾਂ ਅਧਿਆਇਆਂ ਨੂੰ ਕੀ ਕਿਹਾ ਗਿਆ? ਕਿ ਪੁਸਤਕ ਕਿਹਾ ਗਿਆ। ਸੋ ਯੂਕਲਿਡ ਨੇ ਬੇਸਿਕਲੀ ਜੋ ਹੈ ਜਿਓਮੈਟਰੀ ਨੂੰ ਲੈ ਕੇ ਆਪਣਾ ਦ੍ਰਿਸ਼ਟੀਕੋਣ ਰੱਖਿਆ ਸੀ। ਸੋ ਆਪਾਂ ਇਹਨਾਂ ਦੇ ਜੋ ਜਿਓਮੈਟਰੀ ਨੂੰ ਲੈ ਕੇ ਧਾਰਨਾਵਾਂ ਦਿੱਤੀਆਂ ਗਈਆਂ ਨੇ ਇਸ ਚੈਪਟਰ ਦੇ ਵਿੱਚ ਉਹਨਾਂ ਨੂੰ ਪੜ੍ਹਾਂਗੇ 1 by 1। ਸੋ ਇਹਨਾਂ ਨੇ ਕੀ ਧਾਰਨਾਵਾਂ ਦਿੱਤੀਆਂ? ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੋਲਿਡ ਦੀ। ਸੋਲਿਡ ਮਤਲਬ ਠੋਸ। ਠੋਸ ਕੀ ਹੁੰਦਾ ਹੈ? ਠੋਸ ਉਹ ਹੁੰਦਾ ਹੈ ਜਿਸ ਦਾ ਆਕਾਰ ਹੁੰਦਾ ਹੈ, ਮਾਪ ਹੁੰਦਾ ਹੈ, ਔਰ ਕੋਈ ਸਥਿਤੀ ਹੁੰਦੀ ਹੈ। ਠੀਕ ਹੈ। ਉਸ ਨੂੰ ਕੀ ਹੈ? ਇੱਕ ਥਾਂ ਤੋਂ ਲੈ ਕੇ ਆਪਾਂ ਦੂਜੀ ਥਾਂ 'ਤੇ ਚੱਕ ਕੇ ਲੈ ਕੇ ਜਾ ਸਕਦੇ ਹਾਂ। ਫੋਰ ਐਗਜ਼ਾਮਪਲ ਇੱਕ ਕਿਊਬ ਹੈ, ਇਹ ਕੀ ਹੈ? ਇੱਕ ਤਰ੍ਹਾਂ ਦਾ ਠੋਸ ਹੈ, ਕਿਉਂਕਿ ਇਸ ਦਾ ਆਕਾਰ ਵੀ ਹੈ, ਇਸ ਦਾ ਮਾਪ ਵੀ ਹੈ, ਇਸ ਦੀ ਸਥਿਤੀ ਵੀ ਹੈ, ਔਰ ਇਸ ਨੂੰ ਕੀ ਹੈ? ਆਪਾਂ ਚੱਕ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਕੀ ਹੈ? ਲੈ ਕੇ ਜਾ ਸਕਦੇ ਹਾਂ। ਔਰ ਇਸ ਦੀ ਜੋ ਸੀਮਾ ਹੈ, ਜੋ ਸੀਮਾਵਾਂ ਨੇ, ਇਹਨਾਂ ਨੂੰ ਕੀ ਕਹਿੰਦੇ ਆ? ਸਰਫੇਸ ਕਹਿੰਦੇ ਆ। ਠੀਕ ਹੈ। ਇਹਨਾਂ ਨੂੰ ਕੀ ਕਹਿੰਦੇ ਆ? ਸਰਫੇਸ ਕਹਿੰਦੇ ਆ।
जो सतहावां ने जो 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 मन मतलब सीमावां ने जिन्होंने आप सरफेस कहते हैं, सतह दीयां सीमावां की होंदियां, वक्र भी हो सकदियां सीधियां भी हो सकदियां। शंकु दे विच की होंदियां, वक्र होंदियां। ठीक है, शंकु दे विच वक्र होंदी है ये सतह, और क्यूब दे विच की है ये सतह सीधी लाइन दे विच होंदी है। इन्हां रेखावां दे सिरे बिंदु होंदे ने, मतलब एक कोई है पॉइंट होंदे आ जिन्हां नूं बिंदु कहते हैं या शिखर कह दिते जाते हैं। ठीक है, सो ठोस दीयां 3 मिनतियां होंदियां ने। यूक्लिड ने की कहा कि ठोस दीयां 3 मिनतियां होंदियां ने। 3 किहड़ियां मिनतियां होंदियां ने? एक तो उसकी लेंथ होंदी है, एक ब्रैड्थ होंदी है, और एक हाइट होंदी है। ये की है ठोस दीयां 3 मिनतियां ने। ठीक है, एक सतह दीयां 2 मिनतियां ने। कोई सतह है उस दीयां 2 मिनतियां ने। सतह दे विच की आ जांदा है? स्केयर आ जांदा है, रिक्टेंगल आ जाती है। इस दीयां 2 मिनतियां ने, एक इसकी लेंथ है और एक इसकी ब्रैड्थ है। सो लंबाई और चौड़ाई की है इस दीयां 2 मिनतियां ने। ठीक है, और एक रेखा जो है, एक लाइन जो है उसकी एक ही मिनती है। मान लो आ रेखा खिंची हुई है ए और बी, इसकी सिर्फ लेंथ है। सो रेखा की कितनियां मिनतियां ने? एक ही है, क्योंकि रेखा की सिर्फ लंबाई होंदी है, चौड़ाई और उचाई नहीं होंदी। इस तो इलावा एक बिंदु जो है, एक डॉट जो है, उसकी कोई भी मिनती नहीं होंदी, क्योंकि ना उसकी लेंथ होंदी है, ना हाइट होंदी है, और ना ही ब्रैड्थ होंदी है। ठीक है, मतलब ना लंबाई होंदी है, ना चौड़ाई होंदी है, ना उचाई होंदी है। ठीक है, ये चीज़ों को याद रखना कि जो ठोस होंदे आ, जो ठोस होंदे आ उसदियां 3 मिनतियां होंदियां ने। पहली लेंथ मतलब लंबाई, चौड़ाई और उचाई। जो सतह होंदी है, मतलब समतल सतह कह सकते हैं, जिवें वर्ग है और रिक्टेंगल है, मतलब आयत है, उसदियां 2 मिनतियां होणगियां, एक लंबाई होएगी, एक चौड़ाई होएगी। इस तो इलावा लाइन की गल की, लंबाई लाइन की जो है सिर्फ 1 मिनती होएगी, क्योंकि इसकी सिर्फ लेंथ होंदी है, ब्रैड्थ इसकी नहीं होंदी। और इस तो इलावा डॉट की गल की, डॉट की कोई भी मिनती नहीं होंदी, क्योंकि ये सिर्फ एक पॉइंट है। ठीक है, ये सिर्फ की है, एक पॉइंट है। हुण आपां जो यूक्लिड ने एक बुक लिखी एलीमेंट्स, इहदे विच उसने कुछ की है परिभाषावां दित्तियां, डैफीनेशन दित्तियां। सो उन्हां डैफीनेशन नूं की है आपां हुण पढ़दे हां। वो की डैफीनेशनां ने, 1 बाय 1 जो है उन्हां नूं आपां पढ़ांगे। सब तो पहली डैफीनेशन है कि जो एक पॉइंट है, मतलब एक बिंदु जो है, इसका कोई भाग नहीं हुंदा। एक पॉइंट का कोई भाग नहीं हुंदा, मतलब इसकी ना लंबाई हुंदी है, ना चौड़ाई हुंदी है, ना हाइट हुंदी है। सो तुसी की याद रखना है, एक बिंदु वो है जिसका कोई भाग नहीं हुंदा। दूसरी परिभाषा इसने की दित्ती, एक रेखा मतलब लाइन, एक रेखा जो चौड़ाई रहत हुंदी है, चौड़ाई रहत हुंदी है और इसकी लंबाई हुंदी है। लाइन की है जिसकी चौड़ाई नहीं हुंदी, मतलब चौड़ाई रहत है लेकिन इसकी लंबाई की है हुंदी है। जिवें कि ए और बी की है, लाइन दे एक पॉइंट आ और ये 5 सेंटीमीटर है, तो इसकी की है, ये लंबाई है। ठीक है, चौड़ाई नहीं हुंदी। तीसरी परिभाषा इसने की दित्ती, तीसरी परिभाषा दित्ती कि एक रेखा दे सिरे बिंदु हुंदे हन। मान लो आ रेखा है और ए और बी पॉइंट ने, तो सिरे बिंदु की ने? ए पॉइंट है और बी पॉइंट है। सो तीजी डेफिनेशन की है, एक लाइन दे सिरे बिंदु हुंदे हन। चौथी डेफिनेशन है, एक सीधी रेखा, मतलब एक जो है सीधी रेखा है, अजिही रेखा है जो खुद नूं बिंदुआं दे नाल पद्धरे रूप ते स्थित हुंदी है। मतलब उसने की कहा कि कोई भी लाइन सीधी खिंची जाए तो एक बिल्कुल समतल रूप दे विच सीधी चलती जाएगी। ठीक है, सीधी जा रही है ना लाइन, जेकर इस तरह खिंचा तो एक तरह का वक्र होएगा। ओके, पंजवीं डेफिनेशन उसने की दित्ती कि एक सतह, सतह मीनस सरफेस, एक सतह मतलब सरफेस वो है जिसकी लंबाई अते चौड़ाई हुंदी है। एक सतह वो है जिसकी लंबाई अते चौड़ाई हुंदी है। फॉर एग्जाम्पल जिवें मैं पिछे दस्सिया, एक आयत है
इसकी आ की है लंबाई है और आ की है चौड़ाई है। मान लो लंबाई जो है 4 सेंटीमीटर है और चौड़ाई कितनी है 5 सेंटीमीटर। सो सतह वो है जिसकी लंबाई और चौड़ाई होंगी है। 6वीं डेफिनेशन उसने की दी कि सतह के किनारे, सतह मतलब सरफेस, इसके जो एज ने, इसके जो एज ने जिन्होंने किनारे कहते आ, वो रेखावां होंदियां ने। सतह के जो किनारे ने वो की आ रेखावां होंदियां ने। फॉर एग्जाम्पल मान लो आ स्केयर है, इसकी आ की है सतह एक, आ वाली की है इसकी सतह, आ भी की है एक सतह। सो ये सतह की है एक लाइन है, सतह की है एक लाइन है। सो जो भी सरफेस होएगी उसके की होणगे किनारे होणगे। ठीक है। 7वीं डेफिनेशन इसने की दी कि एक समतल सरफेस, समतल सतह मतलब प्लेन सरफेस, एक प्लेन सरफेस अजिही सतह है जो खुद ते सीधियां रेखावां दे नाल पद्धरे रूप विच संबंधित होंदी है। रिपीट कर रहा, इसने की कहा कि एक समतल सतह मतलब प्लेन सरफेस अजिही सतह है जो खुद ते सीधियां रेखावां दे नाल पद्धरे रूप विच स्थित होंदी है। फॉर एग्जाम्पल आ रेक्टेंगल है मतलब आयत है, इस दियां जो सतहावां ने मतलब जो लाइनस ने, बाउंड्रीज ने, वो की ने एक सीधियां रेखावां ने नाल ही की ने पद्धरे रूप दे विच की है स्थित होंदियां है। मान लो इधर कोई चीज़ है, ये रेखा की है सीधी है क्योंकि 90 डिग्री का एंगल की है आयत बनाता है। ओके। स्केयर दे विच भी की हुंदा है कि 90 डिग्री के एंगल की है वो बनते हैं। सो ये की ने समतल ने। ठीक है, ये की ने समतल ने। सो यूक्लिड दियां जो भी परिभाषा ने उन्हां दे विचों कुछ अजिहियां परिभाषा ने जिन्हां अपरिभाषित मन्निया जाता है, अनडिफाइंड की है मन्निया जाता है। अनडिफाइंड मन के ही आपां चलते हाँ। फॉर एग्जाम्पल जेकर तुसीं ध्यानपूर्वक देखोगे कि वो भाग जिन्हां दी लंबाई चौड़ाई जो है पद्धरे रूप नाल, फॉर एग्जाम्पल बिंदु ले लीए आपां, बिंदु की उसने परिभाषा दी कि वो भाग जिसका कोई भाग नहीं है, बिंदु वो भाग है जिसका कोई भाग नहीं है। मान लो इसनूं अगे परिभाषित करना होए कि वो भाग जिसका कोई भाग नहीं है मतलब बिंदु है, वो कोई थां तां घेरदा है ना। जे मान लो आप मैं पॉइंट नोट किया तो ये कोई थां तां घेर रहा है। ठीक है, ये थां घेरदा है, कितना भाग घेरदा है ये पता किवें लगेगा, ये पता लगेगा खेतर पता करन ते। सो इसलिए की है इन्हां नूं कुछ अजिहियां परिभाषा नूं अनडिफाइंड मन्निया जाता है। अदरवाइज बिंदु का खेत्रफल कड्ढण ते तां काफ़ी जो है परिभाषावां होर बनणगियां, इवें ही लाइन नूं लैके बनणगियां। सो आपां की करदे हां कि इन्हां नूं अपरिभाषित ही मान लेना जरूरी है क्योंकि यूक्लिड ने दित्तियां होईयां। सो इन्हां नूं किसी होर जो है मैथेमैटिशियन ने भी अगे परिभाषित नहीं किया है। ओके। सो हुण आपां गल करदे हां यूक्लिड दियां मूल धारनावां। यूक्लिड दियां मूल धारनावां की सी। पहलां आपां परिभाषा पढ़ियां, इस दियां डेफिनेशन पढ़ियां। हुण आपां गल करांगे यूक्लिड ने जो मूल धारनावां दित्तियां। बेसिकली आपां 5 मूल धारनावां दी इस दे विच गल करांगे, 1 बाय 1 देखांगे। सो 5 मूल धारनावां ने इस चैप्टर दे विच। पहली धारणा देखते हैं। पहली यूक्लिड की मूल धारणा की है, की कहता है कि एक बिंदु तो एक दूसरे बिंदु एक दूसरे बिंदु तक एक सीधी रेखा खिंची जा सकती है। सो पहली धारणा दे विच की कहता है कि एक बिंदु तो एक दूजे बिंदु तक एक सीधी रेखा खिंची जा सकती है। इहदे विच एक बिंदु तो दूजे बिंदु तक सिर्फ एक ही रेखा की है खिंची जा सकती है। फॉर एग्जाम्पल मान लो ए पॉइंट ते आ बिंदु है और बी पॉइंट ते की है आ बिंदु है।
ਉਹਨੇ ਕੀ ਕਿਹਾ, ਇੱਕ ਬਿੰਦੂ ਤੋਂ ਇੱਕ ਦੂਜੇ ਬਿੰਦੂ ਤੱਕ, ਮਤਲਬ ਇੱਕ ਬਿੰਦੂ ਤਾਂ A ਮੰਨ ਲਿਆ, ਦੂਜਾ ਬਿੰਦੂ ਮੰਨ ਲਿਆ B। ਉਹਨੇ ਕੀ ਕਿਹਾ ਕਿ ਇੱਕ ਹੀ ਸਿੱਧੀ ਰੇਖਾ ਖਿੱਚੀ ਜਾ ਸਕਦੀ ਹੈ। ਹੁਣ ਦੋ ਬਿੰਦੂਆਂ ਵਿੱਚੋਂ ਸਿਰਫ ਆਈ ਲਾਈਨ ਕੀ ਹੈ, ਖਿੱਚੀ ਜਾ ਸਕਦੀ ਹੈ। ਠੀਕ ਹੈ। ਅਦਰਵਾਈਜ਼ ਆਪਾਂ ਕੀ ਕਰ ਸਕਦੇ ਹਾਂ ਕਿ A ਦੇ ਇੱਕ ਬਿੰਦੂ ਦੇ ਵਿੱਚੋਂ ਕੀ ਹੈ, ਅਲੱਗ-ਅਲੱਗ ਰੇਖਾਵਾਂ ਖਿੱਚੀਆਂ ਜਾ ਸਕਦੀਆਂ, ਜਿੰਨੀਆਂ ਮਰਜ਼ੀ ਖਿੱਚ ਲਓ। ਲੇਕਿਨ ਦੋ ਬਿੰਦੂ ਨੇ ਤਾਂ ਦੋ ਬਿੰਦੂਆਂ ਵਿੱਚੋਂ ਕੀ ਹੈ, ਇੱਕ ਹੀ ਰੇਖਾ ਖਿੱਚੀ ਜਾ ਸਕਦੀ ਹੈ। ਫੋਰ ਐਗਜ਼ਾਮਪਲ B ਦੇ ਵਿੱਚੋਂ ਵੀ ਆਪਾਂ ਐਵੇਂ ਕੀ ਹੈ, ਰੇਖਾ ਖਿੱਚ ਸਕਦੇ ਹਾਂ ਕਿੰਨੀਆਂ ਮਰਜ਼ੀ। ਇਹਨਾਂ ਨੂੰ ਸਪਸ਼ਟ ਤੌਰ 'ਤੇ ਮੈਂ ਥੋੜ੍ਹਾ ਜਿਹਾ ਹੋਰ ਕਲੀਅਰ ਕਰਕੇ ਦੱਸਦਾ। ਮੰਨ ਲਓ ਦੋ ਬਿੰਦੂ ਆ ਨੇ, ਠੀਕ ਹੈ। ਇਹ ਵਾਲਾ ਬਿੰਦੂ A ਹੈ, ਇਹ ਵਾਲਾ ਬਿੰਦੂ B ਹੈ। ਹੁਣ ਜੇਕਰ ਇੱਕ ਬਿੰਦੂ ਦੇ ਵਿੱਚ ਰੇਖਾ ਖਿੱਚਣ ਦੀ ਗੱਲ ਕਰੀਏ, ਮੰਨ ਲਓ A ਬਿੰਦੂ ਦੇ ਵਿੱਚ ਰੇਖਾ ਖਿੱਚਣੀ ਹੈ, ਤਾਂ A ਬਿੰਦੂ ਦੇ ਵਿੱਚ ਐਵੇਂ ਵੀ ਇਸ ਤਰ੍ਹਾਂ ਕੀ ਹੈ, ਜਿੰਨੀਆਂ ਮਰਜ਼ੀ ਰੇਖਾਵਾਂ ਖਿੱਚ ਸਕਦੇ ਹੋ। B ਦੇ ਵਿੱਚੋਂ ਵੀ ਇਸ ਤਰ੍ਹਾਂ ਕਿੰਨੀਆਂ ਮਰਜ਼ੀ ਰੇਖਾਵਾਂ ਖਿੱਚ ਸਕਦੇ ਹੋ। ਲੇਕਿਨ ਗੱਲ ਕੀ ਆਉਂਦੀ ਹੈ, ਦੋ ਬਿੰਦੂ ਕਹੇ ਆ ਉਹਨੇ, ਦੋ ਬਿੰਦੂ A ਅਤੇ B, ਇਹਨਾਂ ਵਿੱਚੋਂ ਤਾਂ ਸਿਰਫ ਆਹੀ ਰੇਖਾ ਖਿੱਚੀ ਜਾ ਸਕਦੀ ਹੈ ਨਾ, ਹੋਰ ਕੋਈ ਤਾਂ ਬਣਦਾ ਹੀ ਨਹੀਂ। ਜਾਂ ਤਾਂ ਬਿੰਦੂ ਇੱਥੇ ਹੁੰਦਾ ਔਰ ਇਸ ਤਰ੍ਹਾਂ ਹੁੰਦਾ, ਤਾਂ ਇਸ ਬਿੰਦੂ ਵਿੱਚੋਂ ਵੀ ਇੱਕ ਹੀ ਰੇਖਾ ਖਿੱਚੀ ਜਾ ਸਕਦੀ ਹੈ। ਸੋ ਇਹ ਕੀ ਹੈ, ਧਾਰਨਾ ਸਿੱਧ ਹੁੰਦੀ ਹੈ ਕਿ ਦੋ ਬਿੰਦੂਆਂ ਦੇ ਵਿੱਚ ਸਿਰਫ ਇੱਕ ਹੀ ਰੇਖਾ ਕੀ ਹੈ, ਖਿੱਚੀ ਜਾ ਸਕਦੀ ਹੈ। ਇਹ ਪਹਿਲੀ ਮੂਲ ਧਾਰਨਾ ਹੈ। ਦੂਸਰੀ ਮੂਲ ਧਾਰਨਾ ਕੀ ਹੈ ਕਿ ਇੱਕ ਸ਼ਾਂਤ ਰੇਖਾ ਮਤਲਬ ਟਰਮੀਨੇਟਿਡ ਲਾਈਨ ਨੂੰ, ਇੱਕ ਸ਼ਾਂਤ ਰੇਖਾ ਨੂੰ ਅਨਿਸ਼ਚਿਤ ਰੂਪ ਨਾਲ ਵਧਾ ਸਕਦੇ ਹਾਂ। ਇਹ ਤੁਸੀਂ ਨੋਟ ਕਰਨੀ ਹੈ, ਇਹ ਕਥਨਾਂ ਦੇ ਵਿੱਚ ਪੁੱਛੇਗਾ। ਯੂਕਲਿਡ ਵਾਲੇ ਚੈਪਟਰ ਦੇ ਵਿੱਚੋਂ ਜਿੰਨੇ ਵੀ ਕੁਐਸਚਨ ਬਣਨਗੇ ਉਹ ਸਿਰਫ ਕਥਨਾਂ ਨੂੰ ਲੈ ਕੇ ਬਣਨਗੇ। ਅਦਰਵਾਈਜ਼ ਕੋਈ ਤੁਹਾਨੂੰ ਸੋਲਵ ਵਾਲਾ ਕੋਈ ਕੁਐਸਚਨ ਨਹੀਂ ਬਣੇਗਾ, ਸਿਰਫ ਕਥਨ ਨੇ ਇਸ ਦੇ। ਕਥਨ ਕੀ ਹੈ ਤੁਸੀਂ ਨੋਟ ਕਰਨੇ ਆ, ਠੀਕ ਹੈ। ਦੂਸਰਾ ਕਥਨ ਕੀ ਹੈ, ਇੱਕ ਸ਼ਾਂਤ ਰੇਖਾ ਮਤਲਬ ਟਰਮੀਨੇਟਿਡ ਲਾਈਨ ਨੂੰ ਅਨਿਸ਼ਚਿਤ ਰੂਪ ਨਾਲ ਵਧਾਇਆ ਜਾ ਸਕਦਾ ਹੈ ਜਾਂ ਵਧਾ ਸਕਦੇ ਹਾਂ। ਫੋਰ ਐਗਜ਼ਾਮਪਲ ਜਿਸ ਨੂੰ ਆਪਾਂ ਮੈਥ ਦੇ ਵਿੱਚ ਕੀ ਹੈ, ਲਾਈਨ ਸੈਗਮੈਂਟ ਕਹਿੰਦੇ ਹਾਂ, ਮਤਲਬ ਰੇਖਾ ਖੰਡ ਕਹਿੰਦੇ ਹਾਂ। ਰੇਖਾ ਖੰਡ ਉਹ ਹੁੰਦਾ ਹੈ ਜਿਸ ਦੇ ਦੋ ਬਿੰਦੂ ਅੰਤ ਬਿੰਦੂ ਆਪਾਂ ਨੂੰ ਪਤਾ ਹੋਣ। ਫੋਰ ਐਗਜ਼ਾਮਪਲ ਇਸ ਦਾ ਬਿੰਦੂ A ਅੰਤ ਬਿੰਦੂ ਹੈ ਔਰ ਇਸ ਦਾ B ਬਿੰਦੂ ਹੈ। ਇੱਕ ਰੇਖਾ ਖੰਡ ਦੇ ਦੋ ਅੰਤ ਬਿੰਦੂ ਹੁੰਦੇ ਆ। ਸੋ ਯੂਕਲਿਡ ਕੀ ਕਹਿੰਦਾ ਹੈ, ਇੱਕ ਸ਼ਾਂਤ ਰੇਖਾ ਖੰਡ ਮਤਲਬ ਜੋ ਸ਼ਾਂਤ ਹੈ, ਜਿਸ ਦੇ ਦੋ ਐਂਡ ਪੁਆਇੰਟ ਕੀ ਹੈ ਆਪਾਂ ਨੂੰ ਪਤਾ ਹੈ, ਇੱਕ ਪੁਆਇੰਟ A ਹੈ ਔਰ ਦੂਸਰਾ ਪੁਆਇੰਟ B ਹੈ। ਕੀ ਕੀਤਾ ਜਾ ਸਕਦਾ ਹੈ, ਨੂੰ ਅਨਿਸ਼ਚਿਤ ਰੂਪ ਵਿੱਚ ਵਧਾ ਸਕਦੇ ਹਾਂ। ਕਿਵੇਂ ਵਧਾ ਸਕਦੇ ਹਾਂ, A ਵਾਲੀ ਸਾਈਡ ਨੂੰ ਇਸ ਤਰ੍ਹਾਂ ਖਿੱਚ ਦਿਓ, B ਵਾਲੀ ਸਾਈਡ ਨੂੰ ਇਸ ਤਰ੍ਹਾਂ ਖਿੱਚ ਦਿਓ, ਮਤਲਬ ਕੀ ਬਣ ਜਾਏਗੀ, ਇੱਕ ਲਾਈਨ ਬਣ ਜਾਏਗੀ। ਲਾਈਨ ਉਹ ਹੁੰਦੀ ਹੈ ਜਿਸ ਦੇ ਅੰਤ ਬਿੰਦੂ ਨਹੀਂ ਹੁੰਦੇ, ਦੋਨਾਂ ਸਾਈਡ ਦੇ ਅੰਤ ਬਿੰਦੂ ਨਹੀਂ ਹੁੰਦੇ। ਠੀਕ ਹੈ। ਇਹ ਬੇਸਿਕ ਜੋ ਗੱਲਾਂ ਨੇ ਇਹ ਕਲੀਅਰ ਕਰਵਾਈਆਂ ਹੋਈਆਂ ਨੇ ਮੈਂ, ਤੁਸੀਂ ਮੈਥ ਦੀਆਂ ਵੀਡੀਓ ਵੇਖ ਸਕਦੇ ਹੋ। ਠੀਕ ਹੈ। ਸੋ ਬੇਸਿਕਲੀ ਆਪਾਂ ਕੀ ਇਸ ਪੁਆਇੰਟ ਦੇ ਨਾਲੋਂ ਕੀ ਕਨਕਲੂਜ਼ਨ ਕੱਢ ਸਕਦੇ ਹਾਂ। ਕੀ ਕਨਕਲੂਜ਼ਨ ਨਿਕਲਿਆ ਕਿ ਇੱਕ ਲਾਈਨ ਸੈਗਮੈਂਟ ਹੈ ਜਿਸ ਦੇ ਦੋ ਬਿੰਦੂ A ਅਤੇ B ਐਂਡ ਬਿੰਦੂ ਨੇ, ਇਹਨਾਂ ਨੂੰ ਅਗਰ ਵਧਾਇਆ ਜਾਵੇ ਤਾਂ ਇੱਕ ਲਾਈਨ ਕੀ ਹੈ, ਖਿੱਚੀ ਜਾ ਸਕਦੀ ਹੈ। ਓਕੇ, ਇਹ ਦੂਸਰੀ ਮੂਲ ਧਾਰਨਾ ਹੈ। ਤੀਸਰੀ ਮੂਲ ਧਾਰਨਾ ਕੀ ਹੈ, ਕਿਸੇ ਨੂੰ ਕੇਂਦਰ ਮੰਨ ਕੇ ਅਤੇ ਕਿਸੇ ਅਰਧ ਵਿਆਸ ਨਾਲ ਇੱਕ ਚੱਕਰ ਖਿੱਚਿਆ ਜਾ ਸਕਦਾ ਹੈ। ਕੀ ਹੈ ਇਹ ਤੀਸਰੀ ਮੂਲ ਧਾਰਨਾ, ਕਿਸੇ ਨੂੰ ਕੇਂਦਰ ਮੰਨ ਕੇ, ਕੇਂਦਰ ਮਤਲਬ ਇੱਕ ਪੁਆਇੰਟ ਮੰਨ ਕੇ, ਸੈਂਟਰ ਮੰਨ ਕੇ, ਅਤੇ ਕਿਸੇ ਅਰਧ ਵਿਆਸ ਮਤਲਬ ਅੱਧਾ ਵਿਆਸ ਨਾਲ ਇੱਕ ਚੱਕਰ ਖਿੱਚਿਆ ਜਾ ਸਕਦਾ ਹੈ। ਕਿਵੇਂ ਖਿੱਚਿਆ ਜਾ ਸਕਦਾ ਹੈ, ਤੁਸੀਂ ਇਸ ਨੂੰ ਨੋਟ ਕਰ ਲੈਣਾ, ਮੈਂ ਦੱਸਦਾ ਕਿਵੇਂ ਖਿੱਚਿਆ ਜਾਂਦਾ। ਕੀ ਕਹਿੰਦਾ ਹੈ ਕਿ ਕਿਸੇ ਨੂੰ ਕੇਂਦਰ ਮੰਨ ਕੇ, ਮਤਲਬ ਕਿਸੇ ਇੱਕ ਪੁਆਇੰਟ ਨੂੰ ਸੈਂਟਰ ਮੰਨ ਲਿਆ ਔਰ ਇੱਕ ਅਰਧ ਵਿਆਸ ਲੈ ਲਿਆ, ਮਤਲਬ ਇੱਕ ਆਪਾਂ ਕਹਿ ਦਿੰਦੇ ਹਾਂ ਧਾਗਾ ਲੈ ਲਿਆ ਆਪਾਂ। ਠੀਕ ਹੈ। ਉਹ ਧਾਗਾ ਹੈ 1 ਮੀਟਰ ਦਾ, ਧਾਗਾ 1 ਮੀਟਰ ਦਾ ਹੈ। ਇਸ ਨੂੰ ਅਰਧ ਵਿਆਸ ਨੂੰ ਲੈ ਕੇ ਕੀ ਕੀਤਾ ਜਾ ਸਕਦਾ ਹੈ, ਇੱਕ ਚੱਕਰ ਖਿੱਚਿਆ ਜਾ ਸਕਦਾ ਹੈ। ਫੋਰ ਐਗਜ਼ਾਮਪਲ
अगर इस तरह की है ਚੱਕਰ खिंचा जा सकता है। ये की है 1 मीटर अर्ध व्यास है, अगर इसनूं पूरा खिंच दिता जाए तो 2 मीटर बन जाएगा। ठीक है, सो ये तीसरी मूल धारणा है। चौथी मूल धारणा की है, सारे समकोण एक दूजे दे बराबर हुंदे हन। की कहंदा है चौथी धारणा दे विच सारे समकोण मतलब 90 डिग्री वाले एंगल एक दूजे दे बराबर हुंदे हन। जेकर समकोण की गल कर रहा है, समकोण मतलब 90 डिग्री है, तो दूजा कोण भी 90 डिग्री होएगा। ठीक है ना, सो 90 और 90 तो बराबर हो नहीं गए, जिमें 1 और 1 बराबर है, 2 और 2 बराबर है, इवें 90 और 90 की है बराबर ने। यह है चौथी मूल धारणा। पंजवीं मूल धारणा की है उसनूं तुसीं नोट करना है, मैं बोल दिंदा। जेकर एक सीधी रेखा दो सीधियां रेखावां ते डिग के, नोट करते जाना, जेकर एक सीधी रेखा दो सीधियां रेखावां ते डिग के एक पासे दे दो अंदरले कोण बनाउंदी है, तां इन्हां दोवां कोणां दा जोड़ मिल के दो समकोणां तो घट होवे तां उन्हां दोवां सीधियां रेखावां अनिश्चित रूप नाल वधाए जाण ते उस दिशा विच मिलदियां हन जिस दिशा विच ये जोड़ दो समकोण तो घट हुंदा है। की है पंजवीं मूल धारणा, मैं रिपीट कर रहा। जे एक सीधी रेखा दो सीधियां रेखावां ते डिग के एक पासे दे दो अंदरले कोण बनाउंदी है, तां इन्हां दोवां कोणां दे जोड़ मिल के दो समकोण तो घट होवे तां ਉਹ ਦੋਨਾਂ ਸਿੱਧੀਆਂ ਰੇਖਾਵਾਂ ਅਨਿਸ਼ਚਿਤ ਰੂਪ ਨਾਲ ਵਧਾਏ ਜਾਣ 'ਤੇ ਉਸੇ ਦਿਸ਼ਾ ਵਿੱਚ ਮਿਲਦੀਆਂ ਹਨ ਜਿਸ ਦਿਸ਼ਾ ਵਿੱਚ ਇਹ ਜੋੜ ਦੋ ਸਮਕੋਣ ਤੋਂ ਘੱਟ ਹੁੰਦਾ ਹੈ। ਫੋਰ ਐਗਜ਼ਾਮਪਲ ਕੀ ਕਹਿ ਰਿਹਾ ਇਸ ਆਪਣੀ ਧਾਰਨਾ ਦੇ ਵਿੱਚ, ਇੱਕ ਲਾइन आ है, ये लाइन है ए और बी। ठीक है, दूसरी लाइन है जो इस तरह आ रही है, ये लाइन है सी और डी। एक लाइन की है कट रही है, ये लाइन है पी और क्यू। ठीक है, सो इनर वाले कोण, ये कोण है मान लो थीटा है। ठीक है, और ए वाला कोण की है वाई है। ओके, सो उन्हें की किया कि जे एक सीधी रेखा केड़ी है पी और क्यू की है एक सीधी रेखा है। दो सीधियां रेखावां ते, दो सीधियां रेखावां मतलब पहली सीधी रेखा ए और बी, दूसरी सीधी रेखा सी और डी। ठीक है, डिग के एक पासे दे अंदरले कोण, एक पासे दा अंदरला कोण थीटा है, दूसरा की है वाई है, बनाउंदी है इन्हां दोवें कोणां दा जोड़ मिल के दो समकोण तो घट है। दो समकोण मतलब 90 डिग्री प्लस 90 डिग्री, मान लो ये कितना है 180 डिग्री। 180 डिग्री तो थीटा प्लस वाई की है 180 डिग्री तो घट है, सो 180 डिग्री की है ग्रेटर है थीटा और वाई दे कोण तो। ओके, ये की है घट है। ये दोवें सीधियां रेखावां की है जेकर इन्हां नूं अनिश्चित रूप विच वधाया जाए। फॉर एग्जाम्पल मान लो कि सी डी नूं इस तरह वधाया जाए अगे नूं और ए बी नूं भी इस तरह वधाया जाए। की हो रहा है कि ये एक बिंदु ते जाके कट जांदियां ने। ठीक है, की हुंदा है कि एक बिंदु ते जाके कट जांदियां ने जिस दिशा विच ये जोड़ दो समकोणां तो घट हुंदा है। दो समकोणां तो घट है जिस दिशा विच की है दो समकोणां तो जोड़ घट है। दो समकोणां तो जोड़ किवें घट है, दोबारा बना के दसदा। ए थीटा है और ए वाई है, ये ए है, ये बी है, सी है और डी है, पी है और क्यू है। ये की है कट रही हैं दो समकोण किहड़े पासे बन रहे हैं, एक आ बन रहा है, एक आ बन रहा है। ठीक है, समकोण कित्थे बन रहे हैं। ओके, सो ये की है पंजवीं जो धारणा है। ठीक है, हुण एक एग्जाम्पल लैने आ की है कि एक रेखा है जे ए बी अते सी एक रेखा ते स्थित बिंदु होण।
ਤਿੰਨ ਬਿੰਦੂ ਹੋਣ, A B ਅਤੇ C ਕੀ ਹੈ ਇੱਕ ਹੀ ਰੇਖਾ ਤੇ ਤਿੰਨ ਬਿੰਦੂ ਹੋਣ ਅਤੇ B ਬਿੰਦੂ A ਅਤੇ C ਦੇ ਵਿਚਾਲੇ ਸਥਿਤ ਹੈ। ਜੋ B ਬਿੰਦੂ ਹੈ ਉਹ A ਤੇ C ਦੇ ਕੀ ਹੈ ਮਿਡ ਦੇ ਵਿੱਚ ਹੈ। ਤਾਂ ਸਿੱਧ ਕਰਨਾ ਹੈ AB ਪਲੱਸ BC ਇਜ਼ ਇਕੁਅਲ ਟੂ AC। ਕੁਐਸਚਨ ਕੀ ਹੈ, ਮੈਂ ਰਿਪੀਟ ਕਰ ਰਿਹਾ, ਜੇ A B ਅਤੇ C ਕੀ ਹੈ ਇੱਕ ਲਾਈਨ ਦੇ ਉੱਪਰ ਤਿੰਨ ਬਿੰਦੂ ਹਨ ਤਾਂ B ਕੀ ਹੈ A ਅਤੇ C ਦੇ ਵਿਚਕਾਰ ਹੈ। ਤਾਂ ਸਿੱਧ ਕਰੋ ਕਿ AB ਪਲੱਸ BC ਇਜ਼ ਇਕੁਅਲ ਟੂ AC ਹੈ। ਸੋ ਕਿਵੇਂ ਹੈ, ਫਿਗਰ ਬਣਾ ਲੈਂਦੇ ਹਾਂ। ਉਹਨੇ ਕੀ ਕਿਹਾ A B ਔਰ C ਕੀ ਆ ਇੱਕ ਲਾਈਨ ਤੇ ਤਿੰਨ ਬਿੰਦੂ ਨੇ, ਇੱਕ ਬਿੰਦੂ ਆ ਹੈ, ਇੱਕ ਆ ਹੈ ਔਰ ਇੱਕ ਆ ਹੈ। ਸੋ ਇਹ ਕੀ ਆ ਤਿੰਨ ਬਿੰਦੂ ਨੇ। ਦੂਸਰੀ ਉਹਨੇ ਕੀ ਕਿਹਾ ਕਿ B ਬਿੰਦੂ ਜੋ ਹੈ ਉਹ A ਅਤੇ C ਦੇ ਵਿਚਕਾਰ ਹੈ। ਸਿੱਧ ਕੀ ਕਰਨਾ ਹੈ AB ਪਲੱਸ BC ਇਜ਼ ਇਕੁਅਲ ਟੂ AC। ਇਹ ਸਿੱਧ ਕਰਨਾ ਹੈ। ਕਿਵੇਂ ਸਿੱਧ ਕਰਾਂਗੇ, ਯੂਕਲਿਡ ਦਾ ਮੈਥਡ ਲਗਾਵਾਂਗੇ, ਕਿਉਂਕਿ ਯੂਕਲਿਡ ਨੇ ਆਪਣੇ ਕਥਨ ਦੇ ਵਿੱਚ ਕਿਹਾ ਕਿ ਉਹ ਵਸਤੂਆਂ ਜੋ ਲਗਾਤਾਰ ਸੰਪਾਤੀ ਹੋਣ ਤਾਂ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਨੇ। ਚੌਥੇ ਕਥਨ ਦੇ ਵਿੱਚ ਉਹਨੇ ਕੀ ਕਿਹਾ ਕਿ ਸਾਰੇ ਸਮਕੋਣ ਕੀ ਹੈ ਇੱਕ ਦੂਜੇ ਦੇ ਬਰਾਬਰ ਹੁੰਦੇ ਆ। ਠੀਕ ਹੈ, ਸੋ ਇਸ ਤੋਂ ਇਲਾਵਾ ਚੌਥਾ ਕਥਨ ਕੀ ਸੀ, ਸੌਰੀ ਇਹ ਤਾਂ ਧਾਰਨਾ ਸੀ ਨਾ ਕਿ ਸਾਰੇ ਸਮਕੋਣ ਜੋ ਹੈ ਇੱਕ ਦੂਜੇ ਦੇ ਬਰਾਬਰ ਹੁੰਦੇ ਆ। ਚੌਥੀ ਜੋ ਹੈ ਡੈਫੀਨੇਸ਼ਨ ਦੇ ਵਿੱਚ ਉਹਨੇ ਕੀ ਕਿਹਾ ਸੀ, ਇੱਕ ਸਿੱਧੀ ਰੇਖਾ ਅਜਿਹੀ ਰੇਖਾ ਹੈ ਜੋ ਖੁਦ ਤੇ ਬਿੰਦੂਆਂ ਦੇ ਨਾਲ ਪੱਧਰੇ ਰੂਪ ਵਿੱਚ ਸੰਬੰਧਿਤ ਹੁੰਦੀ ਹੈ। ਇਸ ਤੋਂ ਇਲਾਵਾ ਉਸਨੇ ਇਹ ਵੀ ਕਿਹਾ ਕਿ ਉਹ ਵਸਤੂਆਂ ਜੋ ਲਗਾਤਾਰ ਸੰਪਾਤੀ ਹੋਣ ਤਾਂ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਨੇ। ਸੋ ਇਸ ਲਈ ਇਹ ਕਥਨ ਤੋਂ ਆਪਾਂ ਸਿੱਧ ਕਰ ਸਕਦੇ ਹਾਂ ਕਿ A ਔਰ B ਔਰ B ਔਰ C ਇਜ਼ ਇਕੁਅਲ ਟੂ AC ਹੈ। ਓਕੇ, ਸੋ ਇਸ ਤੋਂ ਇਲਾਵਾ ਯੂਕਲਿਡ ਦੀ ਜਮਾਇਤੀ ਜੋ ਹੈ ਉਹ ਗੋਲਾਕਾਰ ਜਮਾਇਤੀ ਦੇ ਵਿੱਚ ਕੀ ਹੈ ਫਿੱਟ ਨਹੀਂ ਬੈਠਦੀ। ਜੋ ਗੋਲਾਕਾਰ ਜਮਾਇਤੀ ਹੈ ਉਹਦੇ ਵਿੱਚ ਕਿਹਦੀ ਗੱਲ ਹੁੰਦੀ ਹੈ, ਸਰਕਲਾਂ ਦੀ ਗੱਲ ਹੁੰਦੀ ਹੈ, ਲੇਕਿਨ ਯੂਕਲਿਡ ਜਮਾਇਤੀ ਦੇ ਵਿੱਚ ਕੀ ਹੁੰਦੀ ਹੈ, ਰੇਖਾਵਾਂ ਦੀ ਗੱਲ ਹੁੰਦੀ ਹੈ ਸਿਰਫ। ਸੋ ਗੋਲਾਕਾਰ ਜਮਾਇਤੀ ਵਿੱਚ ਰੇਖਾਵਾਂ ਸਿੱਧੀਆਂ ਨਹੀਂ ਹੁੰਦੀਆਂ, ਸਭ ਨੂੰ ਪਤਾ ਹੈ ਵਕਰ ਰੇਖਾਵਾਂ ਹੁੰਦੀਆਂ ਨੇ। ਗੋਲਾਕਾਰ ਇਸ ਤਰ੍ਹਾਂ ਹੁੰਦਾ ਗੋਲ ਆ, ਠੀਕ ਹੈ, ਇਹ ਕੀ ਹੈ ਇੱਕ ਤਰ੍ਹਾਂ ਦਾ ਗੋਲ ਹੈ। ਸੋ ਰੇਖਾਵਾਂ ਦੀਰਘ ਗੋਲਾਕਾਰ ਹੁੰਦੀਆਂ, ਦੀਰਘ ਚੱਕਰਾਕਾਰ ਹੁੰਦੀਆਂ, ਗ੍ਰੇਟ ਸਰਕਲ ਹੁੰਦੀਆਂ। ਠੀਕ ਹੈ, ਯੂਕਲਿਡ ਦੀ ਜਮਾਇਤੀ ਸਿਰਫ ਕੀ ਹੈ ਸਮਤਲ ਚੱਕਰਾਂ ਦੇ ਉੱਪਰ ਕੀ ਹੈ ਮੰਨਣਯੋਗ ਹੈ, ਵਕਰ ਚੱਕਰਾਂ ਦੇ ਉੱਪਰ ਕੀ ਹੈ ਇਹ ਅਸਫਲ ਹੁੰਦੀ ਹੈ, ਕਿਉਂਕਿ ਉਸਨੇ ਜਿੰਨੀਆਂ ਵੀ ਧਾਰਨਾਵਾਂ ਦਿੱਤੀਆਂ ਨੇ, ਆਪਣੀਆਂ ਜਿੰਨੀਆਂ ਵੀ ਪਰਿਭਾਸ਼ਾਵਾਂ ਦਿੱਤੀਆਂ, ਜਿੰਨੇ ਕਥਨ ਦਿੱਤੇ ਆ ਉਹ ਸਾਰੇ ਸਮਤਲ ਰੇਖਾਵਾਂ ਨੂੰ ਲੈ ਕੇ ਦਿੱਤੇ ਆ। ਸਿਰਫ ਉਹਨੇ ਇੱਕ ਧਾਰਨਾ ਦਿੱਤੀ ਹੈ ਕਿ ਇੱਕ ਪੁਆਇੰਟ ਕੇਂਦਰ ਮੰਨ ਕੇ ਉਸ ਦਾ ਅਰਧ ਵਿਆਸ ਲੈ ਕੇ ਇੱਕ ਚੱਕਰ ਖਿੱਚਿਆ ਜਾ ਸਕਦਾ। ਇਹ ਸਿਰਫ ਉਸਨੇ ਜੋ ਹੈ ਗੋਲਾਕਾਰ ਜਮਾਇਤੀ ਨੂੰ ਲੈ ਕੇ ਧਾਰਨਾ ਦਿੱਤੀ ਹੈ। ਅਦਰਵਾਈਜ਼ ਜੋ ਹੈ ਬਾਕੀ ਸਾਰੀਆਂ ਜੋ ਹੈ ਧਾਰਨਾਵਾਂ ਜੋ ਨੇ ਰੇਖਾਵਾਂ ਨਾਲ ਸੰਬੰਧਿਤ ਨੇ। ਠੀਕ ਹੈ, ਇਸ ਤੋਂ ਇਲਾਵਾ ਉਸ ਦੀ ਇੱਕ ਜੋ ਪੰਜਵੀਂ ਧਾਰਨਾ ਹੈ ਉਹ ਕਾਫੀ ਚਰਚਾ ਦਾ ਵਿਸ਼ਾ ਰਹੀ ਹੈ, ਕਿਉਂਕਿ ਜਿਸ ਦੇ ਵਿੱਚ ਕੀ ਹੈ ਇਹ ਵਾਲੀ ਗੱਲ ਕੀਤੀ ਗਈ ਸੀ ਕਿ ਦੋ ਰੇਖਾਵਾਂ ਨੇ ਉਹ ਜਾ ਕੇ ਮਿਲ ਜਾਂਦੀਆਂ ਨੇ। ਉਹਦੇ ਵਿੱਚ ਕੀ ਕਿਹਾ ਗਿਆ ਕਿ ਦੋ ਰੇਖਾਵਾਂ ਨੂੰ ਕੱਟਣ ਵਾਲੀ ਰੇਖਾ ਦੇ ਇੱਕ ਹੀ ਪਾਸੇ ਦੇ ਦੋਨਾਂ ਅੰਦਰਲੇ ਕੋਣਾਂ ਦਾ ਜੋੜ ਕੀ ਹੈ 180 ਡਿਗਰੀ ਹੋਣਾ ਸੰਭਵ ਨਹੀਂ ਹੈ। ਫੋਰ ਐਗਜ਼ਾਮਪਲ ਦੋ ਰੇਖਾਵਾਂ ਨੇ, ਠੀਕ ਹੈ, ਜੇਕਰ ਇਹ ਰੇਖਾ ਕੀ ਬਣ ਰਹੀ ਹੈ 180 ਡਿਗਰੀ ਦਾ ਐਂਗਲ ਬਣਾ ਰਹੀ ਹੈ। ਕਿੰਨੇ ਡਿਗਰੀ ਦਾ ਬਣਾ ਰਹੀ ਹੈ 180 ਡਿਗਰੀ ਦਾ। ਜੇਕਰ ਦੋਵੇਂ ਰੇਖਾਵਾਂ ਕੀ ਨੇ 180 ਡਿਗਰੀ ਦਾ ਐਂਗਲ ਬਣਾ ਰਹੀਆਂ ਨੇ ਤਾਂ ਇਹ ਕਦੇ ਕੱਟਣਗੀਆਂ ਹੀ ਨਹੀਂ, ਇਹ ਕੀ ਹੈ ਕਦੇ ਨਹੀਂ ਕੱਟਣਗੀਆਂ, ਸਿੱਧੀਆਂ ਹੀ ਚਲਦੀਆਂ ਜਾਣਗੀਆਂ। ਸੋ ਪੰਜਵੀਂ ਧਾਰਨਾ ਜੋ ਹੈ ਕਾਫੀ ਅਜੇ ਉਹ ਜੋ ਹੈ ਚਰਚਾ ਦਾ ਵਿਸ਼ਾ ਰਹੀ ਹੈ, ਕਿਉਂਕਿ ਇਸ ਨੂੰ ਕਾਫੀ ਸਾਰੇ ਹੋਰ ਵਿਗਿਆਨੀਆਂ ਨੇ ਸਿੱਧ ਕਰਨ ਦੇ ਯਤਨ ਕੀਤੇ ਆ। ਸੋ ਯੂਕਲਿਡ ਜਮਾਇਤੀ ਦੇ ਵਿੱਚ ਤੁਸੀਂ ਸਿਰਫ ਕਥਨ ਯਾਦ ਰੱਖਣੇ ਆ। ਠੀਕ ਹੈ, ਜੋ ਕਥਨ ਦਿੱਤੇ ਹੋਏ ਆ, ਜੋ ਮੈਂ ਬੋਲ ਕੇ ਦੱਸਿਆ, ਜਿਨ੍ਹਾਂ ਨੂੰ ਨੋਟ ਕਰਨਾ ਤੁਸੀਂ। ਇਸ ਤੋਂ ਇਲਾਵਾ ਮੂਲ ਧਾਰਨਾਵਾਂ ਨੂੰ ਤੁਸੀਂ ਨੋਟ ਕਰਨਾ। ਸੋ ਯੂਕਲਿਡ ਜਮਾਇਤੀ ਜੋ ਹੈ ਇਹ ਚੈਪਟਰ ਪੂਰਾ ਕੰਪਲੀਟ ਹੁੰਦਾ ਹੈ। ਇਸ ਤੋਂ ਬਾਅਦ ਆਪਾਂ ਹੋਰ ਚੈਪਟਰ ਜੋ ਹੈ ਸਿਲੇਬਸ ਦੇ ਵਿੱਚ ਹੈਗੇ ਆ ਉਹਨਾਂ ਨੂੰ ਡਿਸਕਸ ਕਰਾਂਗੇ। ਸੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ। ਠੀਕ ਹੈ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।